ਸਤਿ ਸ੍ਰੀ ਅਕਾਲ। ਅੱਜ ਦੇ ਇਸ ਖਾਸ ਐਕਸਪਲੇਨਰ ਵਿੱਚ ਆਪਾਂ ਸਰੋਤਾਂ ਦੇ ਆਧਾਰ ਤੇ 10 ਸਿੱਖ ਗੁਰੂ ਸਾਹਿਬਾਨਾਂ ਦੇ ਬਹੁਤ ਹੀ ਡੂੰਘੇ ਅਤੇ ਸਦੀਆਂ ਲੰਬੇ ਇਤਿਹਾਸਿਕ ਸਫ਼ਰ ਨੂੰ ਲੜੀਵਾਰ ਢੰਗ ਨਾਲ ਸਮਝਾਂਗੇ। ਇਹ ਕੋਈ ਆਮ ਇਤਿਹਾਸ ਨਹੀਂ ਹੈ, ਬਲਕਿ ਇਹ ਹਨੇਰੇ ਤੋਂ ਇਲਾਹੀ ਚਾਨਣ ਵੱਲ ਜਾਣ ਦਾ ਇੱਕ ਕਮਾਲ ਦਾ ਸਫ਼ਰ ਹੈ। ਆਓ ਇਸ ਸਫ਼ਰ ਦੀ ਸ਼ੁਰੂਆਤ ਇੱਕ ਬਹੁਤ ਹੀ ਖੂਬਸੂਰਤ ਅਤੇ ਬੁਨਿਆਦੀ ਸੱਚਾਈ ਨਾਲ ਕਰੀਏ। ਸਾਡੇ ਸਰੋਤਾਂ ਵਿੱਚ ਇੱਕ ਕਮਾਲ ਦੀ ਪੰਕਤੀ ਦਿੱਤੀ ਗਈ ਹੈ, ਗੁਰੂ ਬਿਨੁ ਕੋਰ ਅੰਧਾਰੂ ਹੈ, ਗੁਰਮੁਖ ਹੋਏ ਪ੍ਰਗਟੇ ਚਾਨਣ ਹੋਏ। ਇਹ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਕਿ ਕਿਵੇਂ ਗੁਰੂ ਦੀ ਰਹਿਨੁਮਾਈ ਤੋਂ ਬਿਨਾਂ ਹਨੇਰਾ ਹੈ ਤੇ ਗੁਰੂ ਦੀ ਕਿਰਪਾ ਨਾਲ ਹੀ ਅਸਲੀ ਚਾਨਣ ਦਾ ਸਫ਼ਰ ਤੈਅ ਹੁੰਦਾ ਹੈ। ਹੁਣ ਜ਼ਰਾ ਇਸ ਨੰਬਰ ਵੱਲ ਧਿਆਨ ਦਿਓ, 239। ਇਹ ਸਿਰਫ ਇੱਕ ਅੰਕ ਨਹੀਂ ਹੈ, ਸਗੋਂ ਸਾਲ 1469 ਤੋਂ ਲੈ ਕੇ 1708 ਤੱਕ ਚੱਲੀ ਅਧਿਆਤਮਿਕ ਅਗਵਾਈ ਦੀ ਇੱਕ ਲਗਾਤਾਰ ਲੜੀ ਹੈ। ਸੋਚ ਕੇ ਦੇਖੋ, 239 ਸਾਲਾਂ ਤੱਕ ਇੱਕੋ ਵਿਚਾਰਧਾਰਾ ਦਾ ਲਗਾਤਾਰ ਵਿਕਾਸ ਹੋਣਾ ਕਿੰਨੀ ਵੱਡੀ ਗੱਲ ਹੈ। ਇਸ ਵੱਡੇ ਇਤਿਹਾਸ ਨੂੰ ਆਸਾਨੀ ਨਾਲ ਸਮਝਣ ਲਈ ਆਪਾਂ ਇਸ ਵਿਸ਼ਲੇਸ਼ਣ ਨੂੰ 6 ਮੁੱਖ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲਾ, ਹਨੇਰੇ ਤੋਂ ਚਾਨਣ ਵੱਲ। ਦੂਜਾ, ਸਿੱਖ ਧਰਮ ਦੀ ਸਥਾਪਨਾ। ਤੀਜਾ, ਅਧਿਆਤਮਿਕ ਕੇਂਦਰਾਂ ਦੀ ਉਸਾਰੀ। ਚੌਥਾ, ਮੀਰੀ ਪੀਰੀ ਅਤੇ ਕੁਰਬਾਨੀ ਦਾ ਦੌਰ। ਪੰਜਵਾਂ, ਸਦੀਵੀ ਗੁਰੂ ਅਤੇ ਅਖੀਰ ਵਿੱਚ 10 ਗੁਰੂਆਂ ਨੂੰ ਹਮੇਸ਼ਾ ਯਾਦ ਰੱਖਣ ਦੇ ਕੁਝ ਕਮਾਲ ਦੇ ਤਰੀਕੇ। ਤਾਂ ਆਓ ਬਿਨਾਂ ਦੇਰੀ ਕੀਤੇ ਆਪਣੇ ਪਹਿਲੇ ਭਾਗ ਵੱਲ ਵਧਦੇ ਹਾਂ, ਹਨੇਰੇ ਤੋਂ ਚਾਨਣ ਵੱਲ। ਇੱਥੋਂ ਹੀ ਇਸ ਅਧਿਆਤਮਿਕ ਸਫ਼ਰ ਦੀ ਅਸਲ ਸ਼ੁਰੂਆਤ ਹੁੰਦੀ ਹੈ। ਅਤੇ ਹੁਣ ਦੂਜਾ ਭਾਗ, ਸਿੱਖ ਧਰਮ ਦੀ ਸਥਾਪਨਾ। ਇੱਥੇ ਆਪਾਂ ਪਹਿਲੇ 3 ਗੁਰੂ ਸਾਹਿਬਾਨਾਂ ਦੀ ਦੇਣ ਬਾਰੇ ਗੱਲ ਕਰਾਂਗੇ। ਜੇਕਰ ਆਪਾਂ ਪਹਿਲੇ 105 ਸਾਲਾਂ ਦੇ ਟਾਈਮਲਾਈਨ ਵੱਲ ਨਜ਼ਰ ਮਾਰੀਏ ਤਾਂ ਇਹ ਸਮਾਂ ਸੱਚਮੁੱਚ ਬਹੁਤ ਹੀ ਅਹਿਮ ਰਿਹਾ ਹੈ। ਇੱਥੇ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਦਾ ਬੀਜ ਬੀਜਿਆ ਗਿਆ ਅਤੇ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ। ਇਸੇ ਦੌਰ ਨੇ ਸਮਾਜ ਵਿੱਚ ਇੱਕ ਬਿਲਕੁਲ ਨਵੀਂ ਤੇ ਉਸਾਰੂ ਸੋਚ ਨੂੰ ਜਨਮ ਦਿੱਤਾ ਸੀ। ਸਾਡੇ ਸਰੋਤਾਂ ਅਨੁਸਾਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਥੇ ਗਿਆਨ ਦੇ ਸੂਰਜ ਦੇ ਪ੍ਰਤੀਕ ਨਾਲ ਦਰਸਾਇਆ ਗਿਆ ਹੈ, ਜੋ ਬਹੁਤ ਹੀ ਢੁਕਵਾਂ ਹੈ। ਉਨ੍ਹਾਂ ਨੇ ਲਗਭਗ 70 ਸਾਲਾਂ ਤੱਕ ਅਗਵਾਈ ਕੀਤੀ ਅਤੇ ਸਮਾਜ ਨੂੰ ਇੱਕ ਓਅੰਕਾਰ ਯਾਨੀ ਕਿ ਰੱਬ ਇੱਕ ਹੈ, ਬਰਾਬਰੀ ਅਤੇ ਏਕਤਾ ਦਾ ਇਨਕਲਾਬੀ ਉਪਦੇਸ਼ ਦਿੱਤਾ। ਇਹੋ ਉਹ ਦੌਰ ਸੀ ਜਦੋਂ ਲੋਕ ਵਹਿਮਾਂ ਭਰਮਾਂ ਵਿੱਚ ਉਲਝੇ ਹੋਏ ਸਨ। ਇਸੇ ਬੁਨਿਆਦ ਨੂੰ ਅੱਗੇ ਵਧਾਉਂਦਿਆਂ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ 13 ਸਾਲਾਂ ਦੇ ਗੁਰਗੱਦੀ ਕਾਲ ਦੌਰਾਨ ਗੁਰਮੁਖੀ ਲਿਪੀ ਨੂੰ ਉਤਸ਼ਾਹਿਤ ਕੀਤਾ। ਇਹ ਕੋਈ ਛੋਟਾ ਕਦਮ ਨਹੀਂ ਸੀ। ਇਸ ਨਾਲ ਸਿੱਖਿਆ ਕੁਝ ਖਾਸ ਵਰਗਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਆਮ ਲੋਕਾਂ ਤੱਕ ਪਹੁੰਚਣ ਲੱਗੀ। ਗਿਆਨ ਦੇ ਖੇਤਰ ਵਿੱਚ ਬਰਾਬਰੀ ਲਿਆਉਣ ਲਈ ਇਹ ਇੱਕ ਬਹੁਤ ਵੱਡਾ ਉਪਰਾਲਾ ਸੀ। ਅਤੇ ਬਰਾਬਰੀ ਦੀ ਐਸੀ ਸੋਚ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ। ਆਪਣੇ 22 ਸਾਲਾਂ ਦੇ ਸਮੇਂ ਦੌਰਾਨ ਉਨ੍ਹਾਂ ਨੇ ਲੰਗਰ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ। ਬਿਨਾਂ ਕਿਸੇ ਭੇਦਭਾਵ ਜਾਂ ਜਾਤ-ਪਾਤ ਦੇ ਸਾਰਿਆਂ ਦਾ ਇੱਕ ਪੰਗਤ ਵਿੱਚ ਬੈਠ ਕੇ ਮੁਫਤ ਭੋਜਨ ਛਕਣਾ, ਇਹ ਉਸ ਵੇਲੇ ਦੇ ਸਮਾਜ ਲਈ ਇੱਕ ਬਹੁਤ ਵੱਡਾ ਇਨਕਲਾਬ ਸੀ, ਜਿਸ ਨੇ ਭਾਈਚਾਰਿਕ ਸਾਂਝ ਨੂੰ ਪੱਕਾ ਕੀਤਾ। ਚਲੋ ਹੁਣ ਆਪਣੇ ਤੀਜੇ ਭਾਗ ਵੱਲ ਚੱਲਦੇ ਹਾਂ, ਅਧਿਆਤਮਿਕ ਕੇਂਦਰਾਂ ਦੀ ਉਸਾਰੀ। ਇਹ ਉਹ ਦੌਰ ਸੀ ਜਦੋਂ ਸੰਸਥਾਵਾਂ ਅਤੇ ਭੂਗੋਲਿਕ ਵਿਕਾਸ ਦਾ ਕੰਮ ਜ਼ੋਰਾਂ ਤੇ ਸੀ। ਸਾਲ 1574 ਤੋਂ ਲੈ ਕੇ 1606 ਤੱਕ ਦਾ ਇਹ 32 ਸਾਲਾਂ ਦਾ ਸਮਾਂ ਬਹੁਤ ਖਾਸ ਹੈ। ਚੌਥੇ ਅਤੇ ਪੰਜਵੇਂ ਗੁਰੂ ਸਾਹਿਬਾਨਾਂ ਦੀ ਅਗਵਾਈ ਹੇਠ ਜੋ ਸ਼ਾਨਦਾਰ ਵਿਕਾਸ ਹੋਇਆ, ਉਸਨੇ ਸਿੱਖ ਧਰਮ ਨੂੰ ਇੱਕ ਨਵੀਂ ਤੇ ਪੱਕੀ ਪਹਿਚਾਣ ਦਿੱਤੀ। ਆਪਾਂ ਇਸ ਨੂੰ ਅੱਗੇ ਹੋਰ ਵੀ ਖੁੱਲ੍ਹ ਕੇ ਸਮਝਦੇ ਹਾਂ। ਦਰਅਸਲ ਇਸ ਸਮੇਂ ਦੌਰਾਨ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਨੀਂਹ ਰੱਖੀ ਅਤੇ ਫਿਰ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 2 ਬਹੁਤ ਹੀ ਮਹਾਨ ਕਾਰਜ ਕੀਤੇ। ਪਹਿਲਾ, ਪਵਿੱਤਰ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਅਤੇ ਦੂਜਾ, ਸ੍ਰੀ ਹਰਮੰਦਰ ਸਾਹਿਬ, ਜਿਸ ਨੂੰ ਆਪਾਂ ਗੋਲਡਨ ਟੈਂਪਲ ਵੀ ਕਹਿੰਦੇ ਆ, ਦੀ ਉਸਾਰੀ ਕਰਵਾਈ। ਇਹ ਉਹ ਮੀਲ ਪੱਥਰ ਹਨ ਜਿਨ੍ਹਾਂ ਨੇ ਆਉਣ ਵਾਲੀਆਂ ਸਦੀਆਂ ਲਈ ਧਰਮ ਦਾ ਇੱਕ ਬਹੁਤ ਹੀ ਮਜ਼ਬੂਤ ਧੁਰਾ ਤਿਆਰ ਕਰ ਦਿੱਤਾ। ਇੱਥੋਂ ਸਾਡਾ ਚੌਥਾ ਭਾਗ ਸ਼ੁਰੂ ਹੁੰਦਾ ਹੈ, ਮੇਰੀ ਪੀਰੀ ਅਤੇ ਕੁਰਬਾਨੀ। ਇਹ ਦੁਨਿਆਵੀ ਤਾਕਤ, ਅਥਾਹ ਦਇਆ ਅਤੇ ਵੱਡੀਆਂ ਕੁਰਬਾਨੀਆਂ ਦਾ ਇੱਕ ਅਹਿਮ ਦੌਰ ਸੀ। ਸਾਡੇ ਸਰੋਤ ਇੱਥੇ ਇੱਕ ਬਹੁਤ ਹੀ ਡੂੰਗੀ ਤਬਦੀਲੀ ਵੱਲ ਇਸ਼ਾਰਾ ਕਰਦੇ ਹਨ। ਜ਼ਰਾ ਫਰਕ ਦੇਖੋ, ਇੱਕ ਪਾਸੇ ਗੁਰੂ ਅਰਜਨ ਦੇਵ ਜੀ ਵੱਲੋਂ ਅਧਿਆਤਮਿਕ ਗ੍ਰੰਥ ਦੀ ਸ਼ਾਂਤਮਈ ਸੰਪਾਦਨਾ ਹੈ ਅਤੇ ਠੀਕ ਬਾਅਦ ਵਿੱਚ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਨਾ। ਇਹ ਰੂਹਾਨੀਅਤ ਦੇ ਨਾਲ-ਨਾਲ ਦੁਨਿਆਵੀ ਤਾਕਤ ਯਾਨੀ ਜ਼ੁਲਮ ਦਾ ਟਾਕਰਾ ਕਰਨ ਦੇ ਸੰਕਲਪ ਦਾ ਕਮਾਲ ਦਾ ਸੁਮੇਲ ਸੀ।
ਸਾਲ 1606 ਤੋਂ 1675 ਤੱਕ ਅੱਗੇ ਵਧਦਿਆਂ ਸਾਫ਼ ਪਤਾ ਲੱਗਦਾ ਹੈ ਕਿ ਧਰਮ ਨੂੰ ਹੁਣ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਇੱਕ ਅਜਿਹਾ ਦੌਰ ਸੀ ਜਿੱਥੇ ਬਹੁਤ ਜ਼ਿਆਦਾ ਦ੍ਰਿੜਤਾ ਦੀ ਲੋੜ ਸੀ ਅਤੇ ਅਗਵਾਈ ਨੇ ਕਈ ਨਵੇਂ ਪਰ ਬਹੁਤ ਹੀ ਅਹਿਮ ਰੂਪ ਲਏ। ਇਨ੍ਹਾਂ ਸਾਲਾਂ ਵਿੱਚ ਗੁਰੂ ਸਾਹਿਬਾਨ ਦੀ ਅਗਵਾਈ ਦੇ ਵੱਖੋ-ਵੱਖਰੇ ਰੰਗ ਦੇਖਣ ਨੂੰ ਮਿਲੇ। ਜਿਵੇਂ 7ਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਨੇ ਮਨੁੱਖਤਾ ਦੇ ਨਾਲ-ਨਾਲ ਕੁਦਰਤ ਸੰਭਾਲ ਅਤੇ ਦਵਾਖਾਨੇ ਰਾਹੀਂ ਸੇਵਾ ਕੀਤੀ। 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਸਭ ਤੋਂ ਛੋਟੀ ਉਮਰ ਵਿੱਚ ਅਗਵਾਈ ਕੀਤੀ ਅਤੇ ਬਿਮਾਰਾਂ ਦੀ ਸੇਵਾ ਕਰਕੇ ਮਾਸੂਮੀਅਤ ਤੇ ਹਮਦਰਦੀ ਦੀ ਮਿਸਾਲ ਕਾਇਮ ਕੀਤੀ। ਅਤੇ ਫਿਰ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਦੂਜਿਆਂ ਦੇ ਧਾਰਮਿਕ ਅਧਿਕਾਰਾਂ ਅਤੇ ਆਜ਼ਾਦੀ ਲਈ ਆਪਣੀ ਜਾਨ ਦੀ ਲਾਸਾਨੀ ਕੁਰਬਾਨੀ ਦੇ ਦਿੱਤੀ। ਸੱਚਮੁੱਚ ਇਹ ਮਨੁੱਖੀ ਇਤਿਹਾਸ ਵਿੱਚ ਆਪਣੇ ਆਪ ਵਿੱਚ ਇੱਕ ਬੇਮਿਸਾਲ ਗੱਲ ਹੈ। ਹੁਣ ਆਪਾਂ ਇਤਿਹਾਸ ਦੇ ਉਸ ਸਿਖਰ ਤੇ ਪਹੁੰਚ ਗਏ ਹਾਂ, ਯਾਨੀ ਸਾਡਾ 5ਵਾਂ ਭਾਗ, ਸਦੀਵੀ ਗੁਰੂ ਅਤੇ ਖਾਲਸਾ ਪੰਥ ਦੀ ਸਾਜਨਾ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 33 ਸਾਲਾਂ ਦਾ ਲੀਡਰਸ਼ਿਪ ਦਾ ਸਮਾਂ ਬਹੁਤ ਹੀ ਇਨਕਲਾਬੀ ਰਿਹਾ। ਉਨ੍ਹਾਂ ਨੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ, ਜਿਸ ਨੇ ਜ਼ੁਲਮ ਦੇ ਖਿਲਾਫ ਖੜੇ ਹੋਣ ਵਾਲੇ ਸੰਤ ਸਿਪਾਹੀ ਪੈਦਾ ਕੀਤੇ। ਅਤੇ ਸਭ ਤੋਂ ਅਹਿਮ ਗੱਲ, ਉਨ੍ਹਾਂ ਨੇ ਦੇਹਧਾਰੀ ਗੁਰੂ ਦੀ ਪ੍ਰਥਾ ਖਤਮ ਕਰਕੇ ਹਮੇਸ਼ਾ ਲਈ ਅੰਤਿਮ ਅਧਿਕਾਰ ਸਦੀਵੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੇ। ਇਹ ਪੂਰੇ ਇਤਿਹਾਸ ਦਾ ਸਭ ਤੋਂ ਵੱਡਾ ਅਧਿਆਤਮਿਕ ਸ਼ਿਖਰ ਹੈ। ਆਖਰੀ ਭਾਗ, 10 ਗੁਰੂ ਸਾਹਿਬਾਨਾਂ ਨੂੰ ਯਾਦ ਰੱਖਣਾ। ਸਾਡੇ ਸਰੋਤਾ ਵਿੱਚ ਇਸ ਵਿਸ਼ਾਲ ਇਤਿਹਾਸ ਨੂੰ ਚੇਤੇ ਰੱਖਣ ਲਈ ਕੁਝ ਬਹੁਤ ਹੀ ਕਮਾਲ ਦੀਆਂ ਤਕਨੀਕਾਂ ਦਿੱਤੀਆਂ ਗਈਆਂ ਹਨ। ਆਓ ਦੇਖਦੇ ਹਾਂ। ਜਿਵੇਂ ਕਿ ਇੱਥੇ ਦਰਸਾਇਆ ਗਿਆ ਹੈ, ਹਰੇਕ ਗੁਰੂ ਸਾਹਿਬ ਨਾਲ ਜੁੜਿਆ ਇੱਕ ਖਾਸ ਦ੍ਰਿਸ਼ਟੀਗਤ ਪ੍ਰਤੀਕ ਬਣਾਇਆ ਗਿਆ ਹੈ। ਉਦਾਹਰਣ ਦੇ ਤੌਰ ਤੇ 9ਵੇਂ ਗੁਰੂ ਜੀ ਲਈ ਇੱਕ ਢਾਲ ਵਰਤੀ ਗਈ ਹੈ, ਜੋ ਇਨਸਾਫ ਅਤੇ ਰੱਖਿਆ ਨੂੰ ਦਰਸਾਉਂਦੀ ਹੈ। ਦਿਮਾਗ ਲਈ ਅਜਿਹੇ ਪ੍ਰਤੀਕਾਂ ਰਾਹੀਂ ਇਤਿਹਾਸ ਨੂੰ ਯਾਦ ਰੱਖਣਾ ਬਹੁਤ ਆਸਾਨ ਅਤੇ ਪ੍ਰਭਾਵਸ਼ਾਲੀ ਹੋ ਜਾਂਦਾ ਹੈ ਨਾ? ਇਸ ਤੋਂ ਇਲਾਵਾ ਸਰੋਤਾਂ ਵਿੱਚ ਇੱਕ ਬਹੁਤ ਹੀ ਦਿਲਚਸਪ ਅੰਗਰੇਜ਼ੀ ਸਟੋਰੀ ਟ੍ਰਿਕ ਦਿੱਤੀ ਗਈ ਹੈ। ਇਹ ਵਾਕ ਧਿਆਨ ਨਾਲ ਸੁਣੋ। ਇਸ ਇੱਕੋ ਵਾਕ ਦੇ ਅੱਖਰਾਂ ਵਿੱਚ 10 ਗੁਰੂ ਸਾਹਿਬਾਨਾਂ ਦੇ ਨਾਮ ਬਹੁਤ ਹੀ ਚਤੁਰਾਈ ਨਾਲ ਬੁਣੇ ਗਏ ਹਨ। ਇਹ ਇੱਕ ਅਜਿਹਾ ਸ਼ਾਨਦਾਰ ਟੂਲ ਹੈ ਜੋ ਸਾਰੇ ਨਾਵਾਂ ਨੂੰ ਬਿਨਾਂ ਕਿਸੇ ਗਲਤੀ ਦੇ ਤਰਤੀਬ ਵਿੱਚ ਯਾਦ ਰੱਖਣ ਵਿੱਚ ਮਦਦ ਕਰਦਾ ਹੈ। ਸਰੋਤ ਇਹ ਵੀ ਸੁਝਾਅ ਦਿੰਦੇ ਹਨ ਕਿ ਜੇਕਰ ਇਸ ਜਾਣਕਾਰੀ ਨੂੰ ਹਮੇਸ਼ਾ ਲਈ ਪੱਕਾ ਕਰਨਾ ਹੈ ਤਾਂ ਇਹ 4 ਸਧਾਰਨ ਕਦਮ ਅਪਣਾਓ। ਪਹਿਲਾ, ਰੋਜ਼ਾਨਾ ਪੜ੍ਹੋ। ਦੂਜਾ, ਇੱਕ ਵਾਰ ਖੁਦ ਲਿਖੋ। ਤੀਜਾ, ਕਿਸੇ ਹੋਰ ਨੂੰ ਸਿਖਾਓ। ਜੇਕਰ ਇਹ 3 ਕਦਮ ਪੂਰੇ ਹੋ ਗਏ ਤਾਂ ਚੌਥਾ ਕਦਮ ਆਪਣੇ ਆਪ ਪੂਰਾ ਹੋ ਜਾਵੇਗਾ, ਯਾਨੀ ਇਹ ਅਨਮੋਲ ਗਿਆਨ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਇਸ ਐਕਸਪਲੇਨਰ ਦੀ ਸਮਾਪਤੀ ਕਰਦਿਆਂ ਆਪਾਂ ਸਾਰਿਆਂ ਨੂੰ ਇੱਕ ਸਵਾਲ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ। ਸਮਾਨਤਾ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਸ਼ੁਰੂ ਹੋ ਕੇ ਇੱਕ ਸਦੀਵੀ ਅਧਿਆਤਮਿਕ ਗੁਰੂ ਦੀ ਸਥਾਪਨਾ ਤੱਕ ਦਾ ਇਹ 239 ਸਾਲਾਂ ਦਾ ਲੰਮਾ ਇਤਿਹਾਸਿਕ ਵਿਕਾਸ ਆਕੇ ਕਿਵੇਂ ਸਾਨੂੰ ਹਨੇਰੇ ਤੋਂ ਇਲਾਹੀ ਚਾਨਣ ਵੱਲ ਦਾ ਅਸਲੀ ਰਸਤਾ ਦਿਖਾਉਂਦਾ ਹੈ। ਇਹ ਹੈਰਾਨੀਜਨਕ ਸਫ਼ਰ ਸੱਚਮੁੱਚ ਸਭ ਨੂੰ ਸੱਚਾਈ ਦੀ ਭਾਲ ਲਈ ਪ੍ਰੇਰਿਤ ਕਰਦਾ ਹੈ। ਉਮੀਦ ਹੈ ਜਾਣਕਾਰੀ ਭਰਪੂਰ ਵਿਸ਼ਲੇਸ਼ਣ ਸਭ ਨੂੰ ਪਸੰਦ ਆਇਆ ਹੋਵੇਗਾ। ਮਿਲਦੇ ਹਾਂ ਅਗਲੀ ਵਾਰ।